ਹੈਲੋ ਸਟੂਡੈਂਟਸ, YouTube ਚੈਨਲ ਸੋਸ਼ੀਓ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ ਇਕੋਨੋਮਿਕਸ BA 3rd ਸਮੈਸਟਰ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਪੰਜਾਬੀ ਵਿੱਚ ਡਿਸਕਸ ਕਰਨ ਜਾ ਰਹੇ ਹਾਂ। ਨੇਮ ਆਫ ਦ ਪੇਪਰ ਇਜ਼ ਪਬਲਿਕ ਫਾਈਨਾਂਸ ਐਂਡ ਇੰਟਰਨੈਸ਼ਨਲ ਇਕੋਨੋਮਿਕਸ। ਸਟੂਡੈਂਟਸ, ਇਹ ਤੁਹਾਨੂੰ 12 ਸ਼ਾਰਟ ਕੁਐਸਚਨਸ ਪੇਪਰ 'ਚ ਆਉਣਗੇ, ਜਿਸ ਦੇ ਵਿੱਚੋਂ ਤੁਸੀਂ 9 ਦਾ ਆਨਸਰ ਦੇਣਾ ਹੋਵੇਗਾ। ਸਭ ਤੋਂ ਪਹਿਲਾਂ ਸ਼ਾਰਟ ਕੁਐਸਚਨਸ, ਉਸ ਤੋਂ ਬਾਅਦ ਲੌਂਗ ਕੁਐਸਚਨ। ਹਰ ਇੱਕ ਯੂਨਿਟ ਦੇ ਵਿੱਚੋਂ 2 ਪੁੱਛੇ ਜਾਣਗੇ, ਜਿਸ ਦੇ ਵਿੱਚੋਂ ਕਿਸੇ ਇੱਕ ਦਾ ਤੁਸੀਂ ਆਨਸਰ ਦੇਣਾ ਹੋਵੇਗਾ। ਇਸ ਤੋਂ ਇਲਾਵਾ ਬਾਕੀ ਸਾਰੇ ਸਬਜੈਕਟਸ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਤੁਹਾਨੂੰ ਇੱਥੇ ਹੀ ਮਿਲ ਜਾਣਗੇ। ਇਹ ਇੰਗਲਿਸ਼ ਮੀਡੀਅਮ ਅਤੇ ਪੰਜਾਬੀ ਮੀਡੀਅਮ ਦੇ ਵਿੱਚ ਪਾਏ ਜਾ ਰਹੇ ਹਨ। ਕੁਝ ਕੁ ਵੀਡੀਓ ਹਿੰਦੀ ਮੀਡੀਅਮ ਦੇ ਵਿੱਚ ਵੀ ਅਪਲੋਡ ਕੀਤੇ ਗਏ ਹਨ। ਸਭ ਤੋਂ ਪਹਿਲਾਂ ਸ਼ਾਰਟ ਕੁਐਸਚਨਸ, ਮੁਦਰਾ ਦੇ ਮੁਲਾਂਕਣ ਦੇ 2 ਉਦੇਸ਼ ਕੀ ਹਨ? ਐਂਡ ਦੈਨ ਸਰਕਾਰੀ ਬਜਟ ਤੋਂ ਕੀ ਭਾਵ ਹੈ? ਨੈਕਸਟ ਕੁਐਸਚਨ, ਸਿੱਧੇ ਟੈਕਸ ਦੀਆਂ 4 ਉਦਾਹਰਨਾਂ ਦਿਓ। ਐਂਡ ਨੈਕਸਟ, ਕਸਟਮ ਡਿਊਟੀ ਤੋਂ ਕੀ ਭਾਵ ਹੈ? ਇਹ ਸਿੱਧਾ ਜਾਂ ਅਸਿੱਧਾ ਟੈਕਸ ਹੈ। ਐਂਡ ਦੈਨ ਵਿਕਰੇਤਾ ਅਤੇ ਖਰੀਦਦਾਰ ਵਿਚਕਾਰ ਟੈਕਸ ਬੋਝ ਨੂੰ ਸਾਂਝਾ ਕਰਨ ਲਈ ਕਿਹੜੇ ਕਾਰਕ ਨਿਰਧਾਰਿਤ ਕੀਤੇ ਗਏ ਹਨ? ਐਂਡ ਨੈਕਸਟ ਕੁਐਸਚਨ, ਅਮਰੀਕੀਆਂ ਦੀ ਟੈਕਸ ਭਰਨ ਦੀ ਸਮਰੱਥਾ ਭਾਰਤੀਆਂ ਨਾਲੋਂ ਵੱਧ ਹੈ, ਇਸ ਕਥਨ ਵਿੱਚ ਸੰਕਲਪ ਕੀ ਹੈ? ਐਂਡ ਨੈਕਸਟ, ਭਾਰਤ ਨੇ 1000 ਕਰੋੜ ਰੁਪਏ ਉਧਾਰ ਲਏ, ਮੁੜ ਭੁਗਤਾਨ ਲਈ ਵਿਸ਼ਵ ਬੈਂਕ ਤੋਂ ਫਿਰ 1000 ਕਰੋੜ ਰੁਪਏ ਭਾਰਤ ਨੇ ਉਧਾਰ ਲਿਆ, ਇਸ ਕਥਨ ਵਿੱਚ ਸ਼ਾਮਿਲ ਸੰਕਲਪ ਕੀ ਹੈ? ਇੱਥੇ ਥੋੜ੍ਹੀ ਕਨਫਿਊਜ਼ਨ ਹੋਣ ਕਰਕੇ ਨਾਲ ਇੰਗਲਿਸ਼ ਦੇ ਵਿੱਚ ਦਿੱਤਾ ਜਾ ਰਿਹਾ ਹੈ। ਐਂਡ ਨੈਕਸਟ ਹੈ, ਘਾਟੇ ਦੇ ਵਿੱਤ ਕਾਰਨ ਮਹਿੰਗਾਈ ਕਿਉਂ ਹੁੰਦੀ ਹੈ? ਐਂਡ ਨੈਕਸਟ, ਅੰਤਰਰਾਸ਼ਟਰੀ ਅਰਥ ਸ਼ਾਸਤਰ ਨੂੰ ਪਰਿਭਾਸ਼ਿਤ ਕਰੋ। ਨੈਕਸਟ ਕੁਐਸਚਨ, ਅਮਰੀਕਾ ਕੈਪੀਟਲ ਭਰਪੂਰ ਦੇਸ਼ ਹੈ, ਭਾਰਤ ਇੱਕ ਮਜ਼ਦੂਰ ਭਰਪੂਰ ਦੇਸ਼ ਹੈ। ਦੋਵੇਂ ਦੇਸ਼ ਵਸਤੂਆਂ ਦੇ ਉਤਪਾਦਨ ਅਤੇ ਨਿਰਯਾਤ ਲਈ ਕਿਹੜੀਆਂ 2 ਤਕਨੀਕਾਂ ਅਪਣਾ ਸਕਦੇ ਹਨ? ਇਸ ਦੇ ਬਾਰੇ ਦੱਸੋ। ਐਂਡ ਨੈਕਸਟ ਕੁਐਸਚਨ, ਵਿਸ਼ਵੀਕਰਨ ਸਾਡੇ ਸੁਰੱਖਿਆ ਵਪਾਰ ਨੂੰ, ਮੁਫਤ ਵਪਾਰ ਨੂੰ ਵਧਾਉਣ ਲਈ ਚੰਗਾ ਹੈ। ਐਂਡ ਨੈਕਸਟ, IMF ਦੇ ਮੁੱਖ ਉਦੇਸ਼ ਕੀ ਹਨ? ਨੈਕਸਟ ਕੁਐਸਚਨ, ਜਨਤਕ ਖਰਚਿਆਂ ਵਿੱਚ ਮਨਜ਼ੂਰੀ ਦੇ ਸਿਧਾਂਤ ਦਾ ਕੀ ਅਰਥ ਹੈ? ਐਂਡ ਦੈਨ ਜਨਤਕ ਵਿੱਤ ਅਤੇ ਨਿੱਜੀ ਵਿੱਤ ਦੀ ਪਰਿਭਾਸ਼ਾ ਦਿਓ। ਐਂਡ ਨੈਕਸਟ ਕੁਐਸਚਨ, ਟੈਕਸ ਪ੍ਰਭਾਵ ਤੋਂ ਕੀ ਭਾਵ ਹੈ? ਐਂਡ ਦੈਨ ਸੰਪੂਰਨ ਟੈਕਸ ਯੋਗ ਸਮਰੱਥਾ ਤੋਂ ਕੀ ਭਾਵ ਹੈ? ਐਂਡ ਨੈਕਸਟ ਹੈ, ਕਰਜ਼ੇ ਦੇ ਜਾਲ ਦਾ ਕੀ ਅਰਥ ਹੈ? ਨੈਕਸਟ ਕੁਐਸਚਨ, ਘਾਟਾ ਵਿੱਤ ਆਮ ਤੌਰ 'ਤੇ ਮਹਿੰਗਾਈ ਕਿਉਂ ਹੁੰਦਾ ਹੈ? ਐਂਡ ਨੈਕਸਟ ਹੈ, ਵਪਾਰ ਦੀਆਂ ਸ਼ੁੱਧ ਬਾਰਟਰ ਸ਼ਰਤਾਂ ਦਾ ਕੀ ਅਰਥ ਹੈ? ਐਂਡ ਨੈਕਸਟ ਕੁਐਸਚਨ, ਡੰਪਿੰਗ ਨੂੰ ਪਰਿਭਾਸ਼ਿਤ ਕਰੋ। ਐਂਡ ਦੈਨ ਕਿਰਤ ਤੀਬਰ ਤਕਨੀਕਾਂ ਦਾ ਕੀ ਅਰਥ ਹੈ? ਐਂਡ ਦੈਨ ਵਪਾਰ ਦੇ ਸੰਤੁਲਨ ਦਾ ਕੀ ਅਰਥ ਹੈ? ਐਂਡ ਨੈਕਸਟ ਕੁਐਸਚਨ, ਭੁਗਤਾਨ ਖਾਤਿਆਂ ਦੇ ਸੰਤੁਲਨ ਵਿੱਚ ਟ੍ਰਾਂਸਫਰ ਭੁਗਤਾਨਾਂ ਦੀਆਂ 2 ਉਦਾਹਰਨਾਂ ਦਿਓ। ਐਂਡ ਨੈਕਸਟ ਕੁਐਸਚਨ, ਸੋਨੇ ਦੇ ਸਟੈਂਡਰਡ ਗੋਲਡ ਸਟੈਂਡਰਡ ਨੂੰ ਡਿਫਾਈਨ ਕਰੋ। ਐਂਡ ਨੈਕਸਟ, ਟੈਕਸੇਸ਼ਨ ਵਿੱਚ ਅਰਥ ਵਿਵਸਥਾ ਦੇ ਸਿਧਾਂਤ ਦਾ ਕੀ ਅਰਥ ਹੈ? ਐਂਡ ਦੈਨ ਪ੍ਰਤੀਕਿਰਿਆਸ਼ੀਲ ਜਨਤਕ ਖਰਚਿਆਂ ਦਾ ਕੀ ਅਰਥ ਹੈ? ਐਂਡ ਨੈਕਸਟ ਕੁਐਸਚਨ ਹੈ, ਪ੍ਰਗਤੀਸ਼ੀਲ ਟੈਕਸ ਤੋਂ ਕੀ ਭਾਵ ਹੈ? ਐਂਡ ਦੈਨ ਟੌਮ ਦੇ ਵਪਾਰਿਕ ਪ੍ਰਸ਼ਨ ਚਿੰਨ੍ਹ ਦਾ ਕੀ ਅਰਥ ਹੈ? ਸੁਰੱਖਿਆ ਵਪਾਰ ਦਾ ਕੀ ਭਾਵ ਹੈ? ਐਂਡ ਨੈਕਸਟ, ਅਦਾਇਗੀਆਂ ਦੇ ਸੰਤੁਲਨ ਵਿੱਚ ਦਿਖਾਈ ਦੇਣ ਵਾਲੀਆਂ ਚੀਜ਼ਾਂ ਲਈ 2 ਉਦਾਹਰਨਾਂ ਦਿਓ। ਐਂਡ ਨੈਕਸਟ, ਮੁਦਰਾ ਦੀ ਵਟਾਂਦਰਾ ਦਰ ਵਿੱਚ ਗਿਰਾਵਟ ਦਾ ਕੀ ਅਰਥ ਹੈ? ਐਂਡ ਨੈਕਸਟ, ਨੇਮ ਦਾ 2 ਬਟਨ ਵੁੱਡ ਟਵਿਨਸ। ਐਂਡ ਨੈਕਸਟ ਕੁਐਸਚਨ, ਐਡਮ ਸਮਿਥ ਵਪਾਰ ਸਿਧਾਂਤ ਦੀਆਂ ਕੋਈ 2 ਧਾਰਨਾਵਾਂ। ਐਂਡ ਦੈਨ ਨੁਕਸਾਨਦਾਰ ਵਿੱਤ। ਐਂਡ ਦੈਨ ਅੰਤਰਰਾਸ਼ਟਰੀ ਵਪਾਰ ਦੇ ਨਿਰਧਾਰਕ। ਐਂਡ ਦੈਨ 4 ਮੁੱਖ ਸਿਧਾਂਤ ਜਨਤਕ ਖਰਚੇ। ਐਂਡ ਨੈਕਸਟ, ਵਪਾਰ ਦੀਆਂ ਵਸਤੂ ਦੀਆਂ ਸ਼ਰਤਾਂ। ਐਂਡ ਸਥਿਰ ਵਟਾਂਦਰਾ ਦਰ। ਐਂਡ ਦੈਨ ਵਿਸ਼ਵ ਬੈਂਕ ਦੇ ਉਦੇਸ਼। ਐਂਡ ਨੈਕਸਟ, ਭੁਗਤਾਨ ਸੰਤੁਲਨ ਦੀਆਂ ਵਿਸ਼ੇਸ਼ਤਾਵਾਂ। ਐਂਡ ਦੈਨ ਓਲਿਨ ਦੇ ਸਿਧਾਂਤ ਦਾ ਆਧਾਰ। ਐਂਡ ਨੈਕਸਟ, ਜਨਤਕ ਵਿੱਤ। ਐਂਡ ਦੈਨ ਟੈਕਸ ਦੀਆਂ ਵਿਸ਼ੇਸ਼ਤਾਵਾਂ। ਐਂਡ ਟੈਕਸ ਦਾ ਪ੍ਰਭਾਵ, ਮੁੜ ਜੋੜਿਆ ਟੈਕਸ। ਐਂਡ ਨੈਕਸਟ, ਘਾਟਾ। ਐਂਡ ਦੈਨ ਲਚਕਦਾਰ ਵਟਾਂਦਰਾ ਕਰ ਦਰ। ਅਤੇ ਨੈਕਸਟ ਕੁਐਸਚਨ, ਪੂੰਜੀ ਖਾਤਾ। ਐਂਡ ਦੈਨ ਕਰਜ਼ੇ ਦਾ ਅਸਲ ਬੋਝ। ਅੱਗੇ ਹੈ IMF ਦੇ ਕੰਮ। ਨੈਕਸਟ, VAT। ਐਂਡ ਦੈਨ BOT, SDR। ਐਂਡ ਨੈਕਸਟ ਕੁਐਸਚਨ, ਜਨਤਕ ਕਰਜ਼ੇ ਦੇ 5 ਸਰੋਤ। ਐਂਡ ਨੈਕਸਟ, 2 ਕਾਰਕ TOT। ਐਂਡ ਦੈਨ ਬੇਬੁਨਿਆਦੀ ਕਰਜ਼ਾ। ਐਂਡ ਸੰਪੂਰਨ ਅਤੇ ਸੰਬੰਧਿਤ ਟੈਕਸ ਯੋਗ ਸਮਰੱਥਾ। ਮੁਫਤ ਵਪਾਰ ਬਨਾਮ ਸੁਰੱਖਿਆ। ਜਿੱਥੇ ਵੀ ਤੁਹਾਨੂੰ ਸਟੂਡੈਂਟਸ ਕੋਈ ਕਨਫਿਊਜ਼ਨ ਹੋਵੇ, ਇੰਗਲਿਸ਼ ਮੀਡੀਅਮ ਦਾ ਜ਼ਰੂਰ ਦੇਖ ਲੈਣਾ ਵੀਡੀਓ। ਇਸੇ ਤਰ੍ਹਾਂ ਪੇਪਰ ਦੇ ਵਿੱਚ ਵੀ ਇੰਗਲਿਸ਼ ਅਤੇ ਹਿੰਦੀ ਮੀਡੀਅਮ ਦੇ ਵਿੱਚ ਵੀ ਤੁਹਾਡਾ ਪੇਪਰ ਹੋਏਗਾ। ਕੁਐਸਚਨ ਪੇਪਰ ਤੁਸੀਂ ਉੱਥੋਂ ਵੀ ਆਪਣੀ ਕਨਫਿਊਜ਼ਨ ਦੂਰ ਕਰ ਸਕਦੇ ਹੋ। ਸੋ ਕਿਉਂਕਿ ਇਹ ਵਰਡਸ ਇੰਗਲਿਸ਼ ਤੋਂ ਟਰਾਂਸਲੇਟ ਕਰਕੇ ਬਣਾਏ ਜਾਂਦੇ ਆ ਪੰਜਾਬੀ ਦੇ ਵਿੱਚ, ਤਾਂ ਕਈ ਵਰਡਸ ਇਸ ਤਰ੍ਹਾਂ ਦੇ ਆ ਜਾਂਦੇ ਆ ਜਿਹੜੇ ਕਿ ਤੁਹਾਡੀ ਬੁੱਕ ਦੇ ਵਿੱਚ ਨਹੀਂ ਹੁੰਦੇ। ਸੋ ਨਾਲ ਇੰਗਲਿਸ਼ ਦਾ ਜ਼ਰੂਰ ਦੇਖਦੇ ਰਹੋ। ਐਂਡ ਨੈਕਸਟ ਆ, IBRD ਦੀਆਂ ਅਸਫਲਤਾਵਾਂ ਦਾ ਜ਼ਿਕਰ ਕਰੋ। ਐਂਡ ਦੈਨ ਵਪਾਰ ਦੀ ਥਿਊਰੀ। ਐਂਡ ਨੈਕਸਟ ਹੈ, ਹੈਕਸਲਰ ਓਹਲਨ ਦੀ ਧਾਰਨਾ ਨੂੰ ਪਰਿਭਾਸ਼ਿਤ ਕਰੋ। ਐਂਡ ਦੈਨ ਵਾਈਜ਼ਮੈਨ ਪੀਕੌਕਸ ਲਾਅ। ਜਨਤਕ ਬਨਾਮ ਨਿੱਜੀ ਵਿੱਤ। ਐਂਡ BOT ਅਤੇ BOP ਵਿੱਚ ਅੰਤਰ।
ਐਂਡ ਨੈਕਸਟ ਜਨਤਕ ਕਰਜ਼ੇ ਦੇ ਛੁਟਕਾਰੇ ਦੇ 4 ਤਰੀਕੇ। ਐਂਡ ਨੈਕਸਟ ਉਤਪਾਦਨ ਦੀ ਲਾਗਤ ਵਿੱਚ ਸਾਪੇਖਿਕ ਬਨਾਮ ਸੰਪੂਰਨ ਅੰਤਰ। ਹੁਣ ਲੌਂਗ ਕੁਐਸਚਨਸ ਐਸੇ ਟਾਈਪ ਫਸਟ ਯੂਨਿਟ, ਜਿਸ ਦੇ ਵਿੱਚ 2 ਕੁਐਸਚਨ ਹੋਣਗੇ, ਇੱਕ ਤੁਸੀਂ ਕਰਨਾ ਹੋਏਗਾ। ਇਹਨਾਂ ਕੁਐਸਚਨਸ ਦੀ ਤਿਆਰੀ ਅੱਛੀ ਤਰ੍ਹਾਂ ਕਰ ਲੈਣਾ। ਕੁਐਸਚਨ ਹੈ ਜਨਤਕ ਖਰਚਿਆਂ ਦੇ ਆਦਰਸ਼ ਸਿਧਾਂਤਾਂ ਦੀ ਵਿਆਖਿਆ ਕਰੋ। ਐਂਡ ਨੈਕਸਟ ਹੈ ਜਨਤਕ ਖਰਚੇ ਦਾ ਕੀ ਅਰਥ ਹੈ, ਆਧੁਨਿਕ ਸਮੇਂ ਵਿੱਚ ਇਸ ਦੇ ਵਾਧੇ ਦੇ ਕਾਰਨਾਂ ਦੀ ਚਰਚਾ ਕਰੋ। ਐਂਡ ਦੈਨ ਜਨਤਕ ਖਰਚੇ ਦਾ ਕੀ ਅਰਥ ਹੈ, ਹਾਲ ਹੀ ਦੇ ਸਾਲਾਂ ਵਿੱਚ ਜਨਤਕ ਖਰਚਿਆਂ ਵਿੱਚ ਵਾਧੇ ਦੇ ਕਾਰਨਾਂ ਦੀ ਚਰਚਾ ਕਰੋ। ਇਹ ਕੁਐਸਚਨਸ ਦੇ ਆਨਸਰ ਸੇਮ ਹੈ, ਲੇਕਿਨ ਕੁਐਸਚਨ ਮੋਲਡ ਕਰਕੇ ਪਾਏ ਗਏ ਹੈ। ਇਸੇ ਤਰ੍ਹਾਂ ਤੁਹਾਡੇ ਪੇਪਰ ਦੇ ਵਿੱਚ ਵੀ ਮੋਲਡ ਕਰਕੇ ਕੁਐਸਚਨ ਆ ਸਕਦੇ ਹੈ। ਜਨਤਕ ਖਰਚੇ ਦਾ ਕੀ ਅਰਥ ਹੈ, ਭਾਰਤ ਵਿੱਚ ਜਨਤਕ ਖਰਚਿਆਂ ਵਿੱਚ ਲਗਾਤਾਰ ਵਾਧੇ ਦੇ ਕਾਰਨ ਦੱਸੋ। ਐਂਡ ਦੈਨ ਜਨਤਕ ਖਰਚਿਆਂ ਦੇ ਸਿਧਾਂਤ, ਅਧਿਕਤਮ ਸਮਾਜਿਕ ਲਾਭ ਦੇ ਸਿਧਾਂਤ ਬਾਰੇ ਵਿਸਥਾਰ ਵਿੱਚ ਚਰਚਾ ਕਰੋ। ਐਂਡ ਦੈਨ ਟੈਕਸ ਪਰਿਭਾਸ਼ਿਤ ਕਰੋ। ਇੱਕ ਚੰਗੀ ਟੈਕਸ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ। ਐਂਡ ਨੈਕਸਟ ਹੈ ਜਨਤਕ ਵਿੱਤ ਤੋਂ ਤੁਹਾਡਾ ਕੀ ਭਾਵ ਹੈ, ਜਨਤਕ ਵਿੱਤ ਦੀ ਮਹੱਤਤਾ ਬਾਰੇ ਵਿਸਥਾਰ ਵਿੱਚ ਚਰਚਾ ਕਰੋ। ਐਂਡ ਦੈਨ ਜਨਤਕ ਵਿੱਤ ਕੀ ਹੈ, ਇਸ ਦੇ ਦਾਇਰੇ ਅਤੇ ਮਹੱਤਤਾ ਬਾਰੇ ਦੱਸੋ। ਐਂਡ ਨੈਕਸਟ ਕੁਐਸਚਨ ਜਨਤਕ ਵਿੱਤ ਦੀ ਪ੍ਰਕਿਰਤੀ ਅਤੇ ਦਾਇਰੇ ਦੀ ਸੰਖੇਪ ਵਿੱਚ ਵਿਆਖਿਆ ਕਰੋ। ਐਂਡ ਦੈਨ ਚੰਗੀ ਟੈਕਸ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਕੀ ਹਨ। ਐਂਡ ਨੈਕਸਟ ਕੁਐਸਚਨ ਟੈਕਸ ਕੀ ਹੈ, ਇੱਕ ਚੰਗੀ ਟੈਕਸ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਦੱਸੋ। ਅੱਗੇ ਹੈ ਇੱਕ ਅਵਿਕਸਿਤ ਦੇਸ਼ ਵਿੱਚ ਟੈਕਸ ਦੇ ਸਿਧਾਂਤਾਂ ਦੀ ਸੰਖੇਪ ਵਿੱਚ ਵਿਆਖਿਆ ਕਰੋ। ਐਂਡ ਨੈਕਸਟ ਕੁਐਸਚਨ ਟੈਕਸ ਦੇ ਮੁੱਖ ਸਿਧਾਂਤਾਂ ਦੀ ਵਿਆਖਿਆ ਕਰੋ। ਵੱਧ ਤੋਂ ਵੱਧ ਸਮਾਜਿਕ ਲਾਭ ਦੇ ਸਿਧਾਂਤ ਨੂੰ ਸਮਝਾਓ ਅਤੇ ਮਹੱਤਤਾ ਦਰਸਾਓ। ਐਂਡ ਨੈਕਸਟ ਕੁਐਸਚਨ ਵੱਧ ਤੋਂ ਵੱਧ ਸਮਾਜਿਕ ਲਾਭ ਦੇ ਸਿਧਾਂਤ ਦੀ ਵਿਆਖਿਆ ਕਰੋ। ਇਹ ਇਸ ਤਰ੍ਹਾਂ ਅਲੱਗ ਵੀ ਪੁੱਛਿਆ ਜਾ ਸਕਦਾ, ਨਾਲ ਮਹੱਤਤਾ ਵੀ ਪੁੱਛੀ ਜਾ ਸਕਦੀ ਹੈ। ਇਸ ਨੂੰ ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ, ਡਾਲਟਨ ਦੇ ਅਧਿਕਤਮ ਸਮਾਜਿਕ ਲਾਭ ਦੇ ਸਿਧਾਂਤ ਦੀ ਵਿਆਖਿਆ ਕਰੋ, ਇਸ ਦਾ ਕੀ ਮਹੱਤਵ ਹੈ। ਐਂਡ ਯੂਨਿਟ 2 ਦੇ ਕੁਐਸਚਨਸ ਟੈਕਸੇਸ਼ਨ ਦੀਆਂ ਘਟਨਾਵਾਂ ਦੀ ਮੰਗ ਅਤੇ ਸਪਲਾਈ ਸਿਧਾਂਤ ਦੀ ਚਰਚਾ ਕਰੋ। ਐਂਡ ਦੈਨ ਸੰਪੂਰਨ ਅਤੇ ਸੰਬੰਧਿਤ ਟੈਕਸਯੋਗ ਸਮਰੱਥਾ ਦੀ ਵਿਆਖਿਆ ਕਰੋ। ਐਂਡ ਦੈਨ ਟੈਕਸਯੋਗ ਸਮਰੱਥਾ ਤੋਂ ਤੁਹਾਡਾ ਕੀ ਭਾਵ ਹੈ, ਕਿਹੜੇ ਕਾਰਕ ਕਿਸੇ ਦੇਸ਼ ਦੀ ਟੈਕਸਯੋਗ ਸਮਰੱਥਾ ਨੂੰ ਨਿਰਧਾਰਿਤ ਕਰਦੇ ਹਨ। ਐਂਡ ਨੈਕਸਟ ਕੁਐਸਚਨ ਭਾਰਤ ਵਰਗੇ ਦੇਸ਼ ਦੀ ਟੈਕਸਯੋਗ ਸਮਰੱਥਾ ਨੂੰ ਪ੍ਰਭਾਵਿਤ ਕਰਨ ਵਾਲੇ ਟੈਕਸਯੋਗ ਸਮਰੱਥਾ ਕਾਰਕਾਂ ਨੂੰ ਪਰਿਭਾਸ਼ਿਤ ਕਰੋ। ਐਂਡ ਦੈਨ ਟੈਕਸ ਦੇ ਪ੍ਰਭਾਵ ਅਤੇ ਘਟਨਾਵਾਂ ਵਿੱਚ ਕੀ ਅੰਤਰ ਹੈ, ਟੈਕਸੇਸ਼ਨ ਦੀਆਂ ਘਟਨਾਵਾਂ ਦੇ ਆਧੁਨਿਕ ਸਿਧਾਂਤ ਦੀ ਚਰਚਾ ਕਰੋ। ਐਂਡ ਦੈਨ ਟੈਕਸਯੋਗ ਸਮਰੱਥਾ ਨੂੰ ਨਿਰਧਾਰਿਤ ਕਰਨ ਵਾਲੇ ਕਾਰਕ ਕੀ ਹਨ। ਐਂਡ ਦੈਨ ਟੈਕਸ ਦੀ ਘਟਨਾ ਤੋਂ ਕੀ ਭਾਵ ਹੈ, ਉਹਨਾਂ ਕਾਰਕਾਂ ਦੀ ਵਿਆਖਿਆ ਕਰੋ ਜੋ ਟੈਕਸ ਦੀ ਘਟਨਾ ਅਤੇ ਤਬਦੀਲੀ ਨੂੰ ਪ੍ਰਭਾਵਿਤ ਕਰਦੇ ਹਨ। ਐਂਡ ਨੈਕਸਟ ਕੁਐਸਚਨ ਤੁਸੀਂ ਕਿਵੇਂ ਸੋਚਦੇ ਹੋ ਕਿ ਜਨਤਕ ਕਰਜ਼ਾ ਇੱਕ ਬੋਝ ਹੈ, ਸਮਝਾਓ। ਐਂਡ ਦੈਨ ਜਨਤਕ ਕਰਜ਼ੇ ਦੀ ਛੁਟਕਾਰਾ ਦੇ ਜਨਤਕ ਕਰਜ਼ੇ ਦੇ ਤਰੀਕਿਆਂ ਦੀਆਂ ਕਿਸਮਾਂ ਦੱਸੋ। ਡੂੰਘਾਈ ਤੋਂ ਛੁਟਕਾਰਾ ਪਾਉਣ ਦੇ ਤਰੀਕਿਆਂ ਦੀ ਵਿਆਖਿਆ ਕਰੋ। ਇੱਥੇ ਇਹ ਕੁਐਸਚਨ ਦੀ ਟਰਾਂਸਲੇਸ਼ਨ ਗਲਤ ਹੋਈ ਲੱਗਦੀ ਹੈ, ਇਹਨੂੰ ਤੁਸੀਂ ਇੰਗਲਿਸ਼ ਮੀਡੀਅਮ ਦੇ ਵਿੱਚ ਦੇਖ ਲਿਓ। ਐਂਡ ਨੈਕਸਟ ਹੈ ਇੱਕ ਵਿਕਾਸਸ਼ੀਲ ਦੇਸ਼ ਵਿੱਚ ਜਨਤਕ ਕਰਜ਼ੇ ਦੀ ਭੂਮਿਕਾ ਬਾਰੇ ਚਰਚਾ ਕਰੋ। ਐਂਡ ਨੈਕਸਟ ਘਾਟੇ ਦੇ ਵਿੱਤ ਬਾਰੇ ਦੱਸੋ, ਭਾਰਤ ਵਰਗੇ ਦੇਸ਼ ਨੂੰ ਇਸ ਦੇ ਵਿਕਾਸ ਲਈ ਘਾਟੇ ਦੀ ਵਿੱਤੀ ਸਹਾਇਤਾ ਕਿੰਨੀ ਦੂਰ ਹੈ। ਐਂਡ ਨੈਕਸਟ ਹੈ ਘਾਟੇ ਦੇ ਵਿੱਤ ਤੋਂ ਕੀ ਭਾਵ ਹੈ, ਭਾਰਤ ਵਰਗੇ ਦੇਸ਼ ਦੇ ਆਰਥਿਕ ਵਿਕਾਸ ਵਿੱਚ ਇਸ ਦੀ ਭੂਮਿਕਾ ਬਾਰੇ ਚਰਚਾ ਕਰੋ। ਐਂਡ ਨੈਕਸਟ ਕੁਐਸਚਨ ਇਹ ਡੂੰਘਾਈ ਵਾਲਾ ਸ਼ਬਦ ਇੱਥੇ ਜਨਤਕ ਕਰਜ਼ਾ ਹੀ ਆਉਣਾ ਚਾਹੀਦਾ, ਇਸ ਤੋਂ ਛੁਟਕਾਰੇ ਪਾਉਣ ਦੇ ਤਰੀਕੇ ਦੀ ਵਿਆਖਿਆ ਕਰਨੀ ਹੈ। ਐਂਡ ਨੈਕਸਟ ਘਾਟੇ ਦੇ ਵਿੱਤ ਤੋਂ ਕੀ ਭਾਵ ਹੈ, ਭਾਰਤ ਵਰਗੇ ਦੇਸ਼ ਦੇ ਆਰਥਿਕ ਵਿਕਾਸ ਵਿੱਚ ਦੀ ਭੂਮਿਕਾ ਬਾਰੇ ਚਰਚਾ ਕਰੋ। ਐਂਡ ਨੈਕਸਟ ਘਾਟਾ ਵਿੱਤ ਕੀ ਹੈ, ਘਾਟੇ ਦੇ ਵਿੱਤ ਦੇ ਉਦੇਸ਼ ਅਤੇ ਸੀਮਾਵਾਂ ਕੀ ਹਨ। ਯੂਨਿਟ 3 ਦੀ ਕੁਐਸਚਨਸ ਅੰਤਰਰਾਸ਼ਟਰੀ ਵਪਾਰ ਦੇ ਕਲਾਸੀਕਲ ਸਿਧਾਂਤ ਦੀ ਚਰਚਾ ਕਰੋ। ਐਂਡ ਅੰਤਰਰਾਸ਼ਟਰੀ ਵਪਾਰ ਦੇ ਸਿਧਾਂਤ ਵਿੱਚ ਪਰਸਪਰ ਮੰਗ ਦੇ ਸਿਧਾਂਤ ਦੀ ਚਰਚਾ ਕਰੋ। ਐਂਡ ਨੈਕਸਟ ਕੁਐਸਚਨ ਅੰਤਰਰਾਸ਼ਟਰੀ ਵਪਾਰ ਦੇ ਹੈਕਸ਼ਰ ਓਹਲਿਨ ਸਿਧਾਂਤ ਦੀ ਗੰਭੀਰਤਾ ਨਾਲ ਜਾਂਚ ਕਰੋ। ਐਂਡ ਨੈਕਸਟ ਮੌਜੂਦਾ ਆਰਥਿਕ ਸਥਿਤੀ ਦੇ ਹਵਾਲੇ ਨਾਲ ਵਪਾਰ ਦੀਆਂ ਵੱਖ-ਵੱਖ ਸ਼ਰਤਾਂ ਦੀ ਵਿਆਖਿਆ ਕਰੋ। ਐਂਡ ਨੈਕਸਟ ਕੁਐਸਚਨ ਪਰਸਪਰ ਮੰਗ ਦੇ ਸਿਧਾਂਤ ਦੀ ਵਿਸਥਾਰ ਵਿੱਚ ਚਰਚਾ ਕਰੋ। ਐਂਡ ਦੈਨ ਪੇਸ਼ਕਸ਼ ਵਕਰ ਦੀ ਵਿਆਖਿਆ ਕਰੋ। ਐਂਡ ਘੱਟ ਵਿਕਸਿਤ ਦੇਸ਼ ਦੇ WTO ਦਾ ਪ੍ਰਭਾਵ। ਐਂਡ ਘੱਟ ਵਿਕਸਿਤ ਦੇਸ਼ਾਂ ਦੀਆਂ ਵਪਾਰ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਹੱਲ ਕਰਨ ਦੇ ਸੰਦਰਭ ਵਿੱਚ WTO ਦੀ ਭੂਮਿਕਾ ਦੀ ਵਿਆਖਿਆ ਕਰੋ। ਐਂਡ ਨੈਕਸਟ WTO ਨੇ ਹਾਲ ਹੀ ਵਿੱਚ ਕਿਵੇਂ ਕੰਮ ਕੀਤਾ ਹੈ। ਐਂਡ ਨੈਕਸਟ ਤੁਸੀਂ ਵਿਸ਼ਵ ਵਪਾਰ ਸੰਗਠਨ ਦੁਆਰਾ ਕੀ ਸਮਝਦੇ ਹੋ, ਭਾਰਤ ਦੇ ਵਿਸ਼ੇਸ਼ ਸੰਦਰਭ ਦੇ ਨਾਲ ਵਿਕਾਸਸ਼ੀਲ ਦੇਸ਼ਾਂ ਲਈ ਇਸ ਦੇ ਪ੍ਰਭਾਵਾਂ ਦੀ ਚਰਚਾ ਕਰੋ। ਐਂਡ ਨੈਕਸਟ ਕੁਐਸਚਨ ਵਿਦੇਸ਼ੀ ਵਪਾਰ ਨੀਤੀ ਕੀ ਹੈ, ਇਸ ਨੂੰ ਬਣਾਉਣ ਲਈ ਕਿਹੜੇ ਕਾਰਕਾਂ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਐਂਡ ਦੈਨ ਅੰਤਰਰਾਸ਼ਟਰੀ ਵਪਾਰ ਦੀਆਂ ਤੁਲਨਾਤਮਕ ਲਾਗਤਾਂ ਦੇ ਸਿਧਾਂਤ ਦੀ ਗੰਭੀਰਤਾ ਨਾਲ ਜਾਂਚ ਕਰੋ। ਐਂਡ ਦੈਨ ਮੁਕਤ ਵਪਾਰ ਦਾ ਕੀ ਅਰਥ ਹੈ, ਮੁਫਤ ਵਪਾਰ ਦੇ ਕੀ ਫਾਇਦੇ ਅਤੇ ਨੁਕਸਾਨ ਹਨ। ਐਂਡ ਦੈਨ ਅੰਤਰਰਾਸ਼ਟਰੀ ਵਪਾਰ ਦੀ ਤੁਲਨਾਤਮਕ ਲਾਗਤ ਦੇ ਸਿਧਾਂਤ ਦੀ ਗੰਭੀਰਤਾ ਨਾਲ ਜਾਂਚ ਕਰੋ। ਐਂਡ ਦੈਨ ਅੰਤਰਰਾਸ਼ਟਰੀ ਵਪਾਰ ਦੇ ਆਧੁਨਿਕ ਸਿਧਾਂਤ ਦੀ ਵਿਆਖਿਆ ਕਰੋ। ਐਂਡ ਨੈਕਸਟ ਮੁਫਤ ਵਪਾਰ ਬਨਾਮ ਸੁਰੱਖਿਆ ਬਾਰੇ ਸੰਖੇਪ ਵਿੱਚ ਵਿਆਖਿਆ ਕਰੋ। 4th ਯੂਨਿਟ ਦੇ ਵਿੱਚ ਫਸਟ ਕੁਐਸਚਨ ਭੁਗਤਾਨ ਸੰਤੁਲਨ ਕਿਹੜੇ ਕਾਰਕਾਂ 'ਤੇ ਨਿਰਭਰ ਕਰਦਾ ਹੈ। ਐਂਡ ਨੈਕਸਟ ਭੁਗਤਾਨ ਸੰਤੁਲਨ ਵਿੱਚ ਘਾਟੇ ਦੇ ਕਾਰਨਾਂ ਦੀ ਵਿਆਖਿਆ ਕਰੋ। ਐਂਡ ਦੈਨ ਅਤੇ ਭੁਗਤਾਨਾਂ ਦੇ ਸੰਤੁਲਨ ਵਿੱਚ ਘਾਟੇ ਨੂੰ ਘਟਾਉਣ ਲਈ ਉਪਾਅ ਸੁਝਾਓ। ਐਂਡ ਨੈਕਸਟ ਕੁਐਸਚਨ ਹੈ IMF ਦੀਆਂ ਮੁੱਖ ਵਿਸ਼ੇਸ਼ਤਾਵਾਂ ਨੂੰ ਦਰਸਾਓ ਕਿ ਇਸ ਦੀ ਮੈਂਬਰਸ਼ਿਪ ਭਾਰਤ ਲਈ ਫਾਇਦੇਮੰਦ ਰਹੀ ਹੈ।
ਐਂਡ ਨੈਕਸਟ ਕੁਐਸਚਨ IMF ਦੇ ਕੰਮਕਾਜ ਬਾਰੇ ਵਿਸਥਾਰ ਵਿੱਚ ਚਰਚਾ ਕਰੋ ਅਤੇ ਇਸ ਦੀ ਪ੍ਰਾਪਤੀ ਬਾਰੇ ਵੀ ਚਰਚਾ ਕਰੋ। ਐਂਡ ਨੈਕਸਟ ਹੈ IMF ਦੇ ਕਾਰਜਾਂ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਵਿੱਚ ਚਰਚਾ ਕਰੋ। ਐਂਡ ਨੈਕਸਟ IMF ਦੇ ਉਦੇਸ਼ਾਂ ਅਤੇ ਪ੍ਰਾਪਤੀਆਂ ਦੀ ਵਿਆਖਿਆ ਕਰੋ। ਐਂਡ ਨੈਕਸਟ ਕੁਐਸਚਨ ਐਕਸਚੇਂਜ ਦੀ ਦਰ ਵਿੱਚ ਉਤਰਾਅ ਚੜ੍ਹਾਅ ਲਈ ਜ਼ਿੰਮੇਵਾਰ ਕਾਰਕਾਂ ਦੀ ਵਿਆਖਿਆ ਕਰੋ। ਕੀ ਅਜਿਹੇ ਉਤਰਾਅ ਚੜ੍ਹਾਅ ਦੀ ਕੋਈ ਸੀਮਾ ਹੈ? ਐਂਡ ਨੈਕਸਟ ਹੈ IBRD ਦੇ ਉਦੇਸ਼ਾਂ, ਪ੍ਰਾਪਤੀਆਂ ਅਤੇ ਅਸਫਲਤਾਵਾਂ 'ਤੇ ਚਰਚਾ ਕਰੋ। ਐਂਡ ਨੈਕਸਟ ਕੁਐਸਚਨ ਭੁਗਤਾਨ ਦੇ ਪ੍ਰਤੀਕੂਲ ਸੰਤੁਲਨ ਦੇ ਕਾਰਨਾਂ ਦੀ ਚਰਚਾ ਕਰੋ। ਇਸ ਨੂੰ ਨਿਯੰਤਰਿਤ ਕਰਨ ਲਈ ਤਰੀਕਿਆਂ ਦਾ ਸੁਝਾਅ ਦਿਓ। ਐਂਡ ਦੈਨ ਅਦਾਇਗੀਆਂ ਦੇ ਸੰਤੁਲਨ ਤੋਂ ਕੀ ਭਾਵ ਹੈ? ਅਦਾਇਗੀਆਂ ਦੇ ਪ੍ਰਤੀਕੂਲ ਸੰਤੁਲਨ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰੋ। ਇਹ ਕਿਵੇਂ ਠੀਕ ਕੀਤਾ ਜਾਂਦਾ ਹੈ? ਐਂਡ ਨੈਕਸਟ ਕੁਐਸਚਨ ਹੈ ਅਦਾਇਗੀਆਂ ਦੇ ਪ੍ਰਤੀਕੂਲ ਸੰਤੁਲਨ ਦੇ ਕਾਰਨ ਕੀ ਹਨ? ਇਸ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ? ਐਂਡ ਨੈਕਸਟ ਹੈ ਭੁਗਤਾਨ ਸੰਤੁਲਨ ਵਪਾਰ ਦੇ ਸੰਤੁਲਨ ਤੋਂ ਕਿਵੇਂ ਵੱਖਰਾ ਹੈ? ਐਕਸਚੇਂਜ ਦਰ ਦੀ ਖਰੀਦ ਸ਼ਕਤੀ ਸਮਾਨਤਾ ਸਿਧਾਂਤ 'ਤੇ ਚਰਚਾ ਕਰੋ। ਐਂਡ ਨੈਕਸਟ ਐਕਸਚੇਂਜ ਦੀ ਦਰ ਤੋਂ ਤੁਹਾਡਾ ਕੀ ਭਾਵ ਹੈ? ਇਹ ਖਰੀਦ ਸ਼ਕਤੀ ਸਮਾਨਤਾ ਸਿਧਾਂਤ ਦੁਆਰਾ ਕਿਵੇਂ ਨਿਰਧਾਰਿਤ ਕੀਤਾ ਜਾਂਦਾ ਹੈ? ਐਂਡ ਨੈਕਸਟ ਕੁਐਸਚਨ ਐਕਸਚੇਂਜ ਦੀ ਦਰ ਤੋਂ ਤੁਹਾਡਾ ਕੀ ਭਾਵ ਹੈ? ਇਹ ਖਰੀਦ ਸ਼ਕਤੀ ਸਮਾਨਤਾ ਸਿਧਾਂਤ ਦੁਆਰਾ ਕਿਵੇਂ ਨਿਰਧਾਰਿਤ ਕੀਤਾ ਜਾਂਦਾ ਹੈ? ਇਹ ਕੁਐਸਚਨ ਰਿਪੀਟ ਹੋ ਗਿਆ ਹੈ। ਹਾਂਜੀ ਸਟੂਡੈਂਟਸ, ਇਹ ਸੀ ਮੋਸਟ ਇੰਪੋਰਟੈਂਟ ਕੁਐਸਚਨਸ। ਇਹਨਾਂ ਦੀ ਤਿਆਰੀ ਚੰਗੀ ਤਰ੍ਹਾਂ ਕਰ ਲਿਓ ਔਰ ਤੁਹਾਡਾ ਪੇਪਰ ਕਿਸ ਤਰ੍ਹਾਂ ਹੁੰਦਾ ਹੈ ਜ਼ਰੂਰ ਦੱਸਣਾ। ਥੈਂਕ ਯੂ ਸੋ ਮਚ। ਮਿਲਦੇ ਹਾਂ ਅਸੀਂ ਆਪਣੇ ਅਗਲੇ ਵੀਡੀਓ ਵਿੱਚ।